ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 60ਵਾਂ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪਰਾਂਦ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਕੀ ਸਮਝਾਉਂਦੇ ਆ ਸਤਿਗੁਰ? ਬੁੱਧੀਮਾਨ ਨੂੰ ਸਮਝਾਉਂਦੀ ਹੈ, ਇਹ ਫਰੀਦ ਮਨਾ, ਸਾਹਿਬ ਦੀ ਚਾਕਰੀ ਕਰਨੀ ਹੈ, ਆਪਾਂ ਸਾਹਿਬ ਦਾ ਜਸ ਕਰਨਾ ਹੈ। ਬਾਣੀ ਆਪਾਂ ਨੂੰ ਸਾਹਿਬ ਦੇ ਗੁਣਾਂ ਬਾਰੇ ਸਮਝਾ ਰਹੀ ਹੈ, ਇੱਕ ਦਾ ਗਿਆਨ ਕਰਾ ਰਹੀ ਹੈ ਬਾਣੀ ਆਪਾਂ ਨੂੰ। ਆਤਮਾ ਕਰਕੇ ਆਪਾਂ ਇੱਕ ਹੋਣ ਆਏ ਹਾਂ। ਹਰ ਵਿਸਰ ਤੇਰੇ ਗੁਣ ਗਲਿਆ, ਹਰ ਵਿਸਰ ਸਦਾ ਖੁਆਰੀ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਇਹ ਰੋਗ ਸਾਨੂੰ ਚਿੰਬੜੇ ਨੇ 84 ਲੱਖ ਜੂਨੀ ਦੇ। ਇਹ ਐਵੇਂ ਹੀ ਚੱਲਦਾ ਰਹਿੰਦਾ ਆਪਣਾ ਆਉਣਾ ਜਾਣਾ, ਜਦ ਤੱਕ ਅਸੀਂ ਸਾਹਿਬ ਦੀ ਚਾਕਰੀ ਨਹੀਂ ਕਰਦੇ, ਸਾਹਿਬ ਦੇ ਭਾਣੇ 'ਚ ਨਹੀਂ ਆਉਂਦੇ, ਸਾਹਿਬ ਨੂੰ ਸਮਝਦੇ ਨਹੀਂ। ਜਿਵੇਂ ਗ੍ਰੰਥ ਸਾਹਿਬ ਦੇ ਜਪਜੀ ਸਾਹਿਬ ਦਾ ਆਪਣਾ ਆਦ ਸ਼ੁਰੂ ਹੁੰਦਾ ਹੈ, ਜਪ ਜੀ ਸਾਹਿਬ। ਜਪ ਤੋਂ ਭਾਵ ਸਮਝਣਾ, ਇਹ ਜੀਵ ਆਤਮਾ ਕਿਹਨੂੰ? ਸਾਹਿਬ ਨੂੰ। ਜਿਸ ਕਾ ਦਿੱਤਾ ਖਾਵਣਾ, ਤਿਸ ਕਹੀਏ ਸਾਵਾਸ। ਜਸ ਤਾਂ ਉਹਦਾ ਕਰਨਾ ਸੀ, ਆਪਾਂ ਆਪਦਾ ਕਰਾਉਣ ਲੱਗ ਗਏ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਗੁਣ ਗੋਬਿੰਦ ਦੇ ਗਾਉਣੇ ਸੀ, ਆਪਦੇ ਗਾਉਣ ਲੱਗ ਗਏ। ਚਾਕਰੀ ਕਰਨੀ ਸੀ ਉਹਦੀ, ਉਹ ਚਾਕਰੀ 'ਚ ਹੰਕਾਰ ਪੈਦਾ ਕਰ ਲਿਆ। ਪਿੱਛੇ ਵੀ ਆਪਾਂ ਵਿਚਾਰਿਆ, ਗੁਣ ਤਾਂ ਉਹ 'ਚ ਕੋਈ ਨਹੀਂ ਪੈਦਾ ਹੁੰਦਾ। ਚਾਕਰ ਲੱਗੇ ਚਾਕਰੀ ਨਾਲੇ, ਗਰਭਵਾਦ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਵੇ ਸਾਥ। ਖਸਮ ਦਾ ਦਰਸ਼ਨ ਹੋਇਆ ਹੀ ਨਹੀਂ ਸੱਚ ਦਾ, ਤਾਂ ਭਰਮ ਕਿਵੇਂ ਜਾਊਗਾ ਭਾਈ? ਗੁਰ ਸ਼ਬਦ ਤੋਂ ਜਦੋਂ ਆਪਾਂ ਨੂੰ ਗਿਆਨ ਪੈਦਾ ਹੁੰਦਾ ਹੈ, ਫਿਰ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ, ਅੰਤਰ ਮਰੇ ਦੁਵਿਧਾ ਸੰਸਾਰ। ਜਦ ਤੱਕ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਉਹਦੇ ਮੂਲ ਹਰ 'ਚ ਲੈ ਨਹੀਂ ਹੁੰਦੇ, ਸੰਸਾਰ ਨਾਲ ਅਸੀਂ ਜੁੜੇ ਰਹਿੰਦੇ, ਉਹ 'ਚੋਂ ਹੰਕਾਰ ਪੈਦਾ ਹੁੰਦਾ ਰਹਿੰਦਾ ਹੈ। ਸਾਹਿਬ ਦੀ ਚਾਕਰੀ ਕਿੱਥੇ ਹੋਊਗੀ ਫਿਰ ਭਾਈ? ਜਦੋਂ ਮੋਹ ਮਾਇਆ ਦਾ ਤਿਆਗ ਕਰਕੇ ਮਨ ਬੁੱਧੀ ਆਪਦੇ ਮੂਲ ਹਰ 'ਚ ਲੈ ਹੁੰਦੀ ਆ, ਫਿਰ ਹਰ ਜਸ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਫਿਰ ਸਾਹਿਬ ਦਾ ਜਸ ਸ਼ੁਰੂ ਹੁੰਦਾ ਹੈ। ਇਹ ਅਵਸਥਾ ਦੇ ਨਾਂ ਨੇ ਆਤਮਾ ਦੇ। ਉੱਥੇ ਪਹੁੰਚਣਾ ਆਪਾਂ ਦੇਵਲੋਕ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਧਿਆਨ ਕਰਕੇ ਪਹੁੰਚਣਾ ਉੱਥੇ। ਫਿਰ ਇਹ ਗਿਆਨ ਹੀ ਧਿਆਨ ਬਣ ਜਾਂਦਾ ਹੈ। ਜੇ ਆਪਾਂ ਸਾਹਿਬ ਦੀ ਚਾਕਰੀ ਵੱਲ ਭਾਣੇ 'ਚ ਰਹਿੰਦੇ ਹਾਂ, ਮਨ ਬੁੱਧੀ ਹੁਕਮ ਦੇ ਦਾਇਰੇ 'ਚ ਰਹਿੰਦੇ ਨੇ, ਹੁਕਮ ਦਾ ਜਸ ਕਰਦੇ ਨੇ, ਫਿਰ ਸਾਡਾ ਭਰਮ ਚਲਿਆ ਜਾਂਦਾ ਹੈ। ਭਰਮ ਕੀ ਹੈ? ਸੰਸਾਰ। ਗੁਰ ਪ੍ਰਸਾਦ ਭਰਮ ਕਾ ਨਾਸ। ਗੁਰ ਸ਼ਬਦ ਦੇ ਗਿਆਨ ਨਾਲ ਸਾਡੇ ਅੰਦਰ ਪ੍ਰਕਾਸ਼ ਪੈਦਾ ਹੋ ਜਾਂਦਾ, ਚਾਨਣ ਪੈਦਾ ਹੋ ਜਾਂਦਾ। ਸਤਿਗੁਰਾਂ ਦੇ ਵਚਨ ਨੇ, ਗੁਰਬਾਣੀ ਇਸ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਪਰ ਕਿਰਪਾ ਨਾਲ ਵਸਣੀ ਹੈ ਜੇ ਇਸ ਨੂੰ ਸੁਣਾ ਵਿਚਾਰਾਂਗੇ। ਸੁਣ ਬੜ ਭਾਗੀ ਆ ਹਰ ਅੰਮ੍ਰਿਤ ਬਾਣੀ ਰਾਹ। ਇਹ ਆਪਾਂ ਸੁਣਨੀ ਵਿਚਾਰਨੀ ਹੈ, ਫਿਰ ਆਪਣਾ ਭਰਮ ਜਾਣਾ, ਫਿਰ ਕਿਤੇ ਸਾਹਿਬ ਦੀ ਚਾਕਰੀ ਹੁੰਦੀ ਹੈ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਤ। ਫਿਰ ਸਾਡਾ ਭਰਮ ਸੰਸਾ ਜੋ ਭਟਕਦੇ ਹਾਂ ਅਸੀਂ, ਫਿਰ ਚੱਲਿਆ ਜਾਂਦਾ ਹੈ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਬਾਬਾ ਫਰੀਦ ਜੀ ਨੇ ਉਹ ਭਗਤ ਗੁਰੂ ਸਾਹਿਬਾਨਾਂ ਦਾ, ਗੁਰਸਿੱਖਾਂ ਦਾ ਉਹ ਅਵਸਥਾ ਬਾਰੇ ਆਪਾਂ ਨੂੰ ਸਮਝਾਇਆ ਜੋ ਬਾਣੀ ਵਿੱਚ ਦਰਜ ਹੈ। ਆਪਾਂ ਵੀ ਉਹ ਕਮਾਈ ਕਰਨੀ, ਉਹੀ ਜੀਵਨ ਹੈ ਭਗਤ ਗੁਰੂ ਸਾਹਿਬਾਨਾਂ ਦਾ। ਜਿਹੜੀ ਬਾਣੀ ਹੈ, ਬਾਹਰ ਨਹੀਂ ਕੁਛ ਹੈਗਾ। ਬਾਹਰ ਜਿੰਨਾ ਵੀ ਅਸੀਂ ਪੜ੍ਹਦੇ ਵਿਚਾਰਦੇ ਹਾਂ, ਉਹ ਭਰਮ ਪੈਦਾ ਕਰਦਾ ਹੈ। ਸਤਿਗੁਰ ਵਾਜੋਂ ਕੱਚੀ ਬਾਣੀ, ਸੱਚ ਦੇ ਗਿਆਨ ਤੋਂ ਬਿਨਾਂ ਜਿੰਨੀਆਂ ਵੀ ਬਾਣੀਆਂ, ਮਾਨਵ ਸੋਚਾਂ, ਸਾਰੀਆਂ ਫਾਸਣ ਦੀਆਂ ਵਿਧੀਆਂ, ਉਹ ਤੋਂ ਬਚਣਾ ਆਪਾਂ। ਫਿਰ ਚਾਕਰ ਬਣਾਂਗੇ ਆਪਾਂ। ਹਮ ਚਾਕਰ ਗੋਬਿੰਦ ਕੇ, ਠਾਕਰ ਮੇਰਾ ਭਾਰਾ। ਠਾਕਰ ਤਾਂ ਬਹੁਤ ਵੱਡਾ ਹੈ ਭਾਈ, ਬਹੁਤ ਵੱਡੀ ਸ਼ਕਤੀ ਹੈ। ਆਪਣੀ ਮਨਬੁੱਧੀ ਦਾ ਵਿਸ਼ਾ ਨਹੀਂ, ਪਰ ਗੁਰ ਨਾਲ ਮਿਲ ਕੇ, ਗੁਰਸ਼ਬਦ ਦੇ ਗਿਆਨ ਨਾਲ ਮਿਲ ਕੇ ਆਪਾਂ ਇਹ ਪ੍ਰਾਪਤੀ ਕਰਨੀ ਹੈ। ਜੋ ਬਾਬਾ ਫਰੀਦ ਜੀ ਸਮਝਾਉਂਦੇ ਆ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਗੁਰਸਿੱਖ ਕਹੇ ਜਿਹੇ ਹੁੰਦੇ ਨੇ, ਉਹ ਦਰਵੇਸ਼ ਕਹੇ ਜਿਹੇ ਹੁੰਦੇ ਨੇ।
ਜਿਵੇਂ ਬਾਬਾ ਜੀ ਨੇ ਆਪਾਂ ਨੂੰ ਸਮਝਾਇਆ ਰੁੱਖ ਦਾ ਸੁਭਾਅ, ਰੁੱਖ ਦੀ ਅਵਸਥਾ ਕੀ ਹੁੰਦੀ ਆਪਾਂ ਨੂੰ ਵਿਚਾਰੀਏ। ਜਿਵੇਂ ਕੋਈ ਰਾਹੀ ਆਉਂਦਾ ਹੈ, ਰੁੱਖ ਦੀ ਛਾਂ ਥੱਲੇ ਬਹਿੰਦਾ ਹੈ। ਵੈਸੇ ਵੀ ਆਪਾਂ ਨੂੰ ਪਤਾ ਹੀ ਹੈ ਕਿ ਜਿਹਨੇ ਰੁੱਖ ਨਹੀਂ ਉਹਦਾ ਆਪਣਾ ਜੀਵਨ ਹੈ, ਉਹ ਆਕਸੀਜਨ ਆਪਾਂ ਨੂੰ ਦਿੰਦੇ ਆ ਔਰ ਕਾਰਬਨ ਖਿੱਚਦੇ ਨੇ। ਇਹ ਕੁਦਰਤ ਨੇ ਸ੍ਰਿਸ਼ਟੀ ਸਾਜੀ, ਉਹਦਾ ਸਿਸਟਮ ਹੈ। ਪਰ ਉਹਦੇ ਸੁਭਾਅ ਬਾਰੇ ਭਗਤ ਜੀ ਆਪਾਂ ਨੂੰ ਸਮਝਾ ਰਹੇ ਨੇ। ਜਿਹੜਾ ਭਗਤ ਹੁੰਦਾ ਜਾਂ ਗੁਰਸਿੱਖ ਹੁੰਦਾ ਉਹਦਾ ਸੁਭਾਅ ਕਿਹੋ ਜਿਹਾ, ਉਹ ਆਪਾਂ ਪ੍ਰਾਪਤੀ ਕਰਨੀ ਹੈ। ਜਿਵੇਂ ਰਾਹੀ ਬ੍ਰਿਛ ਥੱਲੇ ਬਹਿ ਜਾਂਦਾ, ਉਹਦੀ ਛਾਂ ਦਾ ਆਨੰਦ ਮਾਣਦਾ ਹੈ। ਕੋਈ ਫਲ ਲੱਗਿਆ ਹੁੰਦਾ, ਡੰਡਾ ਮਾਰਦਾ ਤਾਂ ਰੁੱਖ ਉਹਨੂੰ ਫਲ ਦਿੰਦਾ ਹੈ। ਫਿਰ ਉਹਦੇ ਪੱਤੇ ਝੜਦੇ ਨੇ, ਉਹ ਵੀ ਸਾਡੇ ਕੰਮ ਆਉਂਦੇ ਨੇ। ਫਿਰ ਉਹਦੀਆਂ ਜਿਹੜੀਆਂ ਲੱਕੜਾਂ ਨੇ ਉਹ ਜਾਲਣ ਦੇ ਕੰਮ ਆਉਂਦੀਆਂ ਨੇ। ਆਪਾਂ ਖਾਣਾ ਵੀ ਪਕਾ ਲੈਂਦੇ ਹਾਂ, ਸੇਕਣ ਦੇ ਕੰਮ ਵੀ ਆਉਂਦੀਆਂ, ਠੰਡ ਵੀ ਦੂਰ ਕਰਦੀਆਂ ਆਪਣੀ। ਉਹ ਸਾਰਾ ਜਿਹੜਾ ਰੁੱਖ ਦਾ ਜੀਵਨ ਹੈ ਉਹ ਸਾਡੇ ਜੀਵਨ 'ਚ ਕੰਮ ਆਉਂਦਾ ਹੈ। ਇਵੇਂ ਜਿਹੜਾ ਭਗਤਾਂ ਗੁਰੂਆਂ ਦਾ ਸੁਭਾਅ ਹੁੰਦਾ ਹੈ, ਗੁਰਸਿੱਖਾਂ ਦਾ ਕਹਿ ਲਈਏ, ਹਰਜਨ ਦਾ ਕਹਿ ਲਈਏ, ਉਹਨਾਂ ਦਾ ਜੀਵਨ ਪਰਉਪਕਾਰ ਵਾਲਾ ਹੁੰਦਾ ਵਾ। ਇਹ ਜਿਹਾ ਆਪਾਂ ਸੁਭਾਅ ਪੈਦਾ ਕਰਨਾ ਹੈ, ਇਹ ਪ੍ਰਾਪਤੀ ਕਰਨੀ ਹੈ ਸਟੈਪ ਬਾਈ ਸਟੈਪ। ਜੇ ਅਸੀਂ ਗੁਰ ਸ਼ਬਦ ਨਾਲ ਜੁੜੇ ਰਹਾਂਗੇ, ਉਹਦੀ ਚਾਕਰੀ 'ਚ ਲੱਗੇ ਰਹਾਂਗੇ, ਤਾਂ ਸਾਨੂੰ ਪਹਿਲਾ ਪਦਾਰਥ ਮਿਲਦਾ ਗੁਰ ਗਿਆਨ ਪਦਾਰਥ ਨਾਮ ਹੈ। ਸਾਡੇ 'ਤੇ ਰਹਿਮਤ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ। ਗਿਆਨ ਕਾ ਬੱਧਾ ਮਨ ਰਹੇ, ਫਿਰ ਬੁੱਧੀ ਸੂਝਵਾਨ ਹੋ ਜਾਂਦੀ ਹੈ, ਮਨ ਨੂੰ ਬਸ ਕਰ ਲੈਂਦੀ, ਇੱਕ ਹੋ ਜਾਂਦੇ ਨੇ, ਫਿਰ ਆਪਦੇ ਮੂਲ 'ਚ ਲੈ ਹੋ ਜਾਂਦੇ ਨੇ। ਉਹ ਦੂਆ ਪਦਾਰਥ ਹੈ ਮੁਕਤੀ। ਦੋ ਪਦਾਰਥਾਂ ਤੋਂ ਬਾਅਦ ਮਾਇਆ ਦਾ ਤਿਆਗ ਕਰਕੇ ਮਨ ਬੁੱਧੀ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਉਹਨੂੰ ਬਾਣੀ ਵਿੱਚ ਦਰਗਾਹ ਕਿਹਾ, ਹਰਿਦੁਆਰ ਕਿਹਾ, ਦੇਵਲੋਕ ਕਿਹਾ। ਜਿਵੇਂ ਆਪਾਂ ਆਏ ਉਵੇਂ ਵਾਪਸੀ ਉੱਥੇ ਪਹੁੰਚ ਜਾਂਦੇ ਹੈ। ਕਿਵੇਂ? ਧਿਆਨ ਕਰਕੇ। ਫਿਰ ਉਹ ਗਿਆਨ ਹੀ ਧਿਆਨ ਬਣ ਜਾਂਦਾ। ਉਹੀ ਗੁਰਸਿੱਖ ਨੇ, ਉਹੀ ਦਰਵੇਸ਼ ਨੇ, ਉਹੀ ਰੁੱਖਾਂ ਵਾਲਾ ਸੁਭਾਅ ਉਹਨਾਂ ਦਾ ਬਣ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਪਰਉਪਕਾਰ ਸ਼ੁਰੂ ਹੁੰਦਾ ਹੈ। ਜਨਮ ਮਰਨ ਦੋਹੂ ਮੇ ਨਾਹੀ, ਜਨ ਪਰਉਪਕਾਰੀ ਆਏ। ਸੰਸਾਰ ਦਾ ਉਸ ਅਵਸਥਾ 'ਚ ਜਾ ਕੇ ਭਲਾ ਕੀਤਾ ਜਾਂਦਾ ਹੈ ਔਰ ਹੁੰਦਾ ਹੈ। ਇਹ ਆਪਾਂ ਅਵਸਥਾ ਪ੍ਰਾਪਤ ਕਰਨੀ ਹੈ। ਅੰਦਰ ਵੀ ਸਾਨੂੰ ਲੋੜੀਏ ਰੁੱਖਾਂ ਦੀ ਜਰਾਦ। ਇਹ ਅਵਸਥਾ ਵਾ ਭਾਈ ਭਗਤ ਜੀ ਨੇ ਸਮਝਾਈ, ਬਾਬਾ ਫਰੀਦ ਜੀ ਨੇ। ਪਰ ਆਪਣੇ ਅੰਦਰ ਤਾਂ ਵਿਰੋਧ ਪੈਦਾ ਹੋ ਰਿਹਾ, ਹੁਕਮ ਦਾ ਵਿਰੋਧ। ਆਸਾ ਕੀ ਵਾਰ ਸਤਿਗੁਰਾਂ ਦੇ ਵਚਨ ਨੇ, ਵਧੀ ਸੁਵੱਜਗ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ। ਹੁੰਦਾ ਤਾਂ ਉਹੀ ਹੈ ਜੋ ਕੁਦਰਤ ਚਾਹੁੰਦੀ ਹੈ, ਪਰ ਸਾਲਾਂ ਮਾਰਨ ਅਸੀਂ ਹਟਦੇ ਨਹੀਂ। ਕਿਉਂ ਸਾਲਾਂ ਮਾਰਦੇ ਹਾਂ? ਸਾਨੂੰ ਹੁਕਮ ਦੀ ਸਮਝ ਨਹੀਂ, ਉਹ ਕੁਦਰਤ ਦੀ ਹੁਕਮ ਦੀ ਸ਼ਕਤੀ ਬਾਰੇ ਸਾਨੂੰ ਗਿਆਨ ਨਹੀਂ ਨਾ ਹੈਗਾ, ਅਗਿਆਨੀ ਹੈ, ਤਾਂ ਵਿਰੋਧ ਕਰਦੇ ਹਾਂ ਅਸੀਂ। ਭਾਈ ਸੱਚ ਦੇ ਗਿਆਨ ਤੋਂ ਬਾਅਦ ਇਹ ਜਸ ਸ਼ੁਰੂ ਹੁੰਦਾ ਹੈ। ਸਤਿਗੁਰਾਂ ਦੇ ਵਚਨ ਲਈਏ, ਆਪਾਂ ਨੂੰ ਥੋੜ੍ਹਾ ਜਿਹਾ ਹੋਰ ਸੁਖਾਲਾ ਹੋ ਜੇ ਸਮਝਣ ਨੂੰ। ਭੈਰੋ ਮਹੱਲਾ ਤੀਜਾ, ਜਾ ਕੋ ਰਾਖੀ ਆਪਣੀ ਸਰਣਾਈ, ਸਾਚੇ ਲਾਗੇ ਸਾਚਾ ਫਲ ਪਾਈ। ਇਹ ਸੱਚ ਦਾ ਫਲ, ਸੱਚ ਦਾ ਦਰਸ਼ਨ ਕਿਹਨੂੰ ਪ੍ਰਾਪਤ ਹੁੰਦਾ ਹੈ? ਇਹ ਮਨ ਬੁੱਧੀ ਨੂੰ। ਜਿਹੜੇ ਸੰਸਾਰੀ ਫਲ ਜਾਂ ਗੁਣ ਸਮਝੀ ਬੈਠੇ ਉਹ ਸਰੀਰ ਕਰਕੇ ਨੇ। ਉੱਚੇ ਰੁਤਬੇ, ਉੱਚੀਆਂ ਪਦਵੀਆਂ ਸੰਸਾਰ 'ਚ ਦਿੱਤੀਆਂ ਕੁਦਰਤ ਨੇ, ਉਹ ਵੀ ਸਰੀਰ ਕਰਕੇ। ਉਹਦੀ ਲੋੜ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਰੰਗ ਤੋਂ ਭਾਵ ਗਿਆਨ, ਅਨੇਕਾਂ ਤਰ੍ਹਾਂ ਦੇ ਗਿਆਨ ਪੈਦਾ ਕਰਤੇ, ਆਪਾਂ ਸੋਚ ਵੀ ਨਹੀਂ ਸਕਦੇ। ਉਹੀ ਇਨਸਾਨ ਚਪੜਾਸੀ ਹੈ, ਉਹੀ ਮੈਨੇਜਰ ਹੈ, ਉਹੀ DC ਹੈ, ਉਹੀ ਇਨਸਾਨ ਉਹਦਾ PA ਹੈ, ਦਰ 'ਤੇ ਖੜ੍ਹਾ ਵਾ। ਇਹ ਸਾਰਾ ਉਹਦਾ ਖੇਲ ਹੈ ਭਾਈ। ਇਹਨੂੰ ਸਮਝਣਾ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਵਿਰੋਧ ਜ਼ਰੂਰ ਅਸੀਂ ਕਰ ਲੈਂਦੇ ਹਾਂ। ਇਹ ਫਲ ਲੱਗਣਾ ਆਪਾਂ ਨੂੰ ਸੱਚ ਦਾ ਗਿਆਨ। ਰੇ ਜਨ ਕੈਸੇ ਕਰੋ ਪੁਕਾਰਾ, ਹੁਕਮੇ ਹੋਆ ਹੁਕਮੇ ਵਰਤਾਰਾ। ਕਿਹਦੇ ਅੱਗੇ ਪੁਕਾਰ ਕਰੋਗੇ ਭਾਈ? ਹੁਕਮ ਵਰਤ ਰਿਹਾ ਸਾਰਾ। ਜੋ ਸ੍ਰਿਸ਼ਟੀ ਪੈਦਾ ਹੋਈ ਹੈ, ਹੁਕਮ ਨਾਲ ਪੈਦਾ ਹੁੰਦੀ ਹੈ। ਇਹ ਨਾਮੇ ਉਤਪਤ ਨਾਮੇ ਪਰਲੋ, ਜਿਹਦੀ ਆਪਾਂ ਗੱਲ ਕਰਦੇ ਹਾਂ। ਨਾਮ ਨਾਲ ਸਾਰੇ ਨਾਮ ਲਈ ਵੀ ਜਾਂਦੇ ਹਾਂ ਅਸੀਂ। ਸੰਸਾਰੀ ਉਹ ਭਰਮ ਹੈ ਭਾਈ, ਕੁਛ ਨਹੀਂ ਹੈਗਾ। ਨਾਮ ਨਾਲ ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਾਲ ਸਮਾਪਤੀ ਹੁੰਦੀ ਹੈ। ਜੰਮਣਾ ਮਰਨਾ ਹੁਕਮ ਹੈ। ਉਹੀ ਤਾਂ ਸਤਿਗੁਰ ਸਮਝਾ ਰਹੇ ਨੇ ਆਪਾਂ ਨੂੰ। ਕੀ ਸਮਝਾਉਂਦੇ ਨੇ?
ਹੁਕਮੇ ਹੋਆ ਹੁਕਮੇ ਵਰਤਾਰਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਈ। ਜਿਨ੍ਹਾਂ ਨੇ ਹੁਕਮ ਹੀ ਨਹੀਂ ਬੁੱਝਿਆ, ਹਉਮੈ ਕਿਵੇਂ ਚਲੇਗੀ ਉਹਨਾਂ ਦੀ? ਉਹ ਰੁੱਖਾਂ ਦੀ ਜਰਾਂਦ ਵਾਲਾ ਸੁਭਾਅ ਕਿਵੇਂ ਬਣ ਜੂ? ਪਰਉਪਕਾਰ ਕਿਵੇਂ ਸ਼ੁਰੂ ਹੋਊ? ਜਨਮ ਮਰਨ ਦੋਹੂ ਮੈਂ ਨਾਹੀ, ਜਦ ਤੱਕ ਸਾਨੂੰ ਮੁਕਤੀ ਨਹੀਂ ਮਿਲਦੀ, ਜੰਮਣ ਮਰ ਤੋਂ ਛੁਟਕਾਰਾ ਨਹੀਂ ਹੁੰਦਾ, ਸਾਡੇ 'ਚ ਗੁਣ ਨਹੀਂ ਪੈਦਾ ਕੋਈ ਹੁੰਦਾ ਆਤਮਾ ਕਰਕੇ, ਪਰਉਪਕਾਰ ਕਿੱਥੋਂ ਹੋ ਗਿਆ? ਅਸੀਂ ਤਾਂ ਆਪਦੀ ਵਡਿਆਈ ਕਰਾਈ ਜਾਂਦੇ ਹਾਂ। ਹੁਕਮੇ ਹੋਆ ਹੁਕਮੇ ਵਰਤਾਰਾ ਰਹਾਓ। ਇਹ ਉਹ ਆਕਾਰ ਤੇਰਾ ਹੈ ਧਾਰਾ, ਖਿਨਵੇਂ ਵਿਨਸੇ ਕਰਤ ਨ ਲਾਗੇ ਵਾਰਾ। ਜੋ ਸਰੀਰ ਸਾਨੂੰ ਮਿਲਿਆ ਹੈ, ਇਹਨੂੰ ਵਿਨਸ ਨੂੰ ਕਿੰਨਾ ਕੁ ਚਿਰ ਲੱਗਦਾ ਹੈ ਖਿਨ ਦੇ ਵਿੱਚ। ਜੋ ਸੰਪਤ ਅਸੀਂ ਆਪਣੀ ਕਰਕੇ ਮੰਨੀ ਬੈਠੇ ਹਾਂ, ਖਿਨਵੇਂ ਕੌੜੇ ਹੋਏ ਜਿਤਨੇ ਮਾਇਆ ਭੋਗ। ਜਦੋਂ ਕਾਲ ਆਉਂਦਾ, ਸਭ ਜਿੰਨੇ ਮੋਹ ਮਾਇਆ ਦੇ ਰਿਸ਼ਤੇ ਸਭ ਫਿੱਕੇ ਪੈ ਜਾਂਦੇ ਆ, ਝੂਠੀ ਹੋ ਜਾਂਦੀ ਹੈ ਪ੍ਰੀਤ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਾਹਦਾ ਹੰਕਾਰ ਹੈ ਭਾਈ? ਫਿਰ ਐਸਾ ਜੀਵਨ ਬਣਾਉਣਾ ਆਪਾਂ ਭਗਤ ਗੁਰੂ ਸਾਹਿਬਾਨਾਂ ਵਰਗਾ। ਇਹ ਪ੍ਰਾਪਤੀ ਆਪਾਂ ਕਰਨੀ ਹੈ, ਕਮਾਈ ਕਰਨੀ, ਇਹੀ ਤਾਂ ਭਗਤੀ ਹੈ। ਇਹ ਆਕਾਰ ਤੇਰਾ ਹੈ ਧਾਰਾ, ਖਿਨਵੇਂ ਵਿਨਸੇ ਕਰਤ ਨ ਲਾਗੇ ਵਾਰਾ। ਕਰ ਪ੍ਰਸਾਦ ਇਹ ਖੇਲ ਦਿਖਾਇਆ। ਕਰ ਪ੍ਰਸਾਦ ਭਾਵ ਮਨ ਦੇ ਅੰਦਰ ਕਲਾ ਕੁਦਰਤ ਨੇ ਦੇਖਿਆ। ਮਿੱਟੀ ਕਿਵੇਂ ਭੱਜਣ ਲੱਗ ਜਾਂਦੀ ਹੈ, ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਕਿਹਦੇ ਕਰਕੇ? ਕਲਾ ਕਰਕੇ। ਇਹੀ ਤਾਂ ਕਲਾ ਹੈ ਉਹਦੀ ਭਾਈ, ਇਹ ਕਰਾਮਾਤ ਹੈ ਉਹਦੀ। ਹੈ ਕੋਈ ਸੰਸਾਰ 'ਚ ਐਸਾ ਨਹੀਂ, ਪਰ ਫਿਰ ਵੀ ਅਸੀਂ ਉਹਦੀ ਬਰਾਬਰੀ ਕਰਦੇ ਹਾਂ। ਇਹ ਆਕਾਰ ਤੇਰਾ ਹੈ ਧਾਰਾ, ਖਿਨਵੇਂ ਵਿਨਸੇ ਕਰਤ ਨ ਲਾਗੇ ਵਾਰਾ। ਕਰ ਪ੍ਰਸਾਦ ਇੱਕ ਖੇਲ ਦਿਖਾਇਆ। ਖੇਲ ਹੈ ਭਾਈ ਬਹੁਤ ਵੱਡਾ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ। ਪ੍ਰਭ ਮੇਰੇ ਕਾ ਬੜ ਤਮਾਸ਼ਾ, ਵੱਡਾ ਤਮਾਸ਼ਾ ਹੈ। ਅਸੀਂ ਤਾਂ ਇਹਦੇ ਵਿੱਚ ਹੀ ਲੱਗ ਗਏ, ਸਾਨੂੰ ਤਾਂ ਇਹਦਾ ਹੀ ਨਹੀਂ ਗਿਆਨ ਹੈਗਾ। ਇਹ ਪ੍ਰਭ ਮੇਰੇ ਦਾ ਵੱਡਾ ਤਮਾਸ਼ਾ ਹੈ। ਕਿਵੇਂ ਦੇਖਾਂਗੇ? ਗੁਰਸ਼ਬਦ ਦੇ ਗਿਆਨ ਨਾਲ। ਉਹ ਅਵਸਥਾ ਪ੍ਰਾਪਤ ਕਰਨੀ ਹੈ, ਫਿਰ ਆਪਾਂ ਨੂੰ ਇਹ ਸਾਰੀ ਖੇਲ ਸਮਝ ਆਉਣੀ ਹੈ। ਰਵਿਦਾਸ ਜੀ ਕੀ ਸਮਝਾਉਂਦੇ ਆ? ਨਾਮ ਤੇਰੇ ਕੀ ਜੋਤ ਲਗਾਈ, ਪਇਓ ਉਜਿਆਰੋ ਭਵਨ ਸਗਲਾ। ਸਾਰਾ ਕੁਝ ਜਿੱਥੇ ਆਤਮਾ ਆਉਂਦੀ ਹੈ ਜਾਂਦੀ ਹੈ, ਕਿਵੇਂ ਕਿਵੇਂ ਜੀਵ ਆਉਂਦਾ ਕਿਵੇਂ ਜਾਂਦਾ ਹੈ, ਇਹ ਨਾਮ ਦੇ ਜਿਹੜੀ ਦੀਵੇ ਨਾਲ, ਨਾਮ ਦੇ ਚਾਨਣ ਨਾਲ ਸਾਨੂੰ ਸਾਰਾ ਹੀ ਖੇਲ ਸਮਝ ਆ ਜਾਂਦਾ ਹੈ। ਅਸੀਂ ਵੀ ਉਹ ਅਵਸਥਾ ਪ੍ਰਾਪਤ ਕਰ ਲੈਂਦੇ ਹਾਂ ਜਿਹੜੀ ਗੁਰੂ ਭਗਤ ਸਾਹਿਬਾਨ ਨੇ ਸਾਨੂੰ ਦੱਸੀ। ਅਸੀਂ ਕਰਨ ਆਏ ਹਾਂ। ਕਿਸ ਕਾਰਨ ਤੁਮ ਜਗ ਆਏ ਭਾਈ, ਜਿਹਦੀ ਖਾਤਰ ਮਨੁੱਖਾ ਦੇਹੀ ਧਾਰੀ। ਕਰ ਪ੍ਰਸਾਦ, ਕਰ ਤੋਂ ਭਾਵ ਮਨ ਦੇ ਅੰਦਰ ਐਸੀ ਖੇਲ ਰਚਾਈ ਕੁਦਰਤ ਨੇ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮੈਂ। ਕਿਸੇ ਨੂੰ ਨਹੀਂ ਪਤਾ, ਸਾਰਾ ਕੁਛ ਉਹਨੇ ਖੇਲ ਬੰਨ੍ਹ ਕੇ ਰੱਖਿਆ ਹੋਇਆ। ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ ਆਪਦੀ ਹਿੰਮਤ ਨਾਲ, ਜਾਨੂੰ ਕਾਲ ਆ ਜਾਂਦਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਜਿਵੇਂ ਕਾਲਜਾਂ 'ਚ ਬੱਚੇ ਸਕੂਲਾਂ 'ਚ ਪੜ੍ਹਦੇ ਨੇ, ਸਾਰੇ ਸਾਲ ਦੀ ਕਮਾਈ ਦੇ ਪੇਪਰ ਦਿੰਦੇ ਨੇ। ਉਹਦਾ ਸਮਾਂ ਹੁੰਦਾ ਹੈ, ਜੋ ਉਹਨਾਂ ਨੇ ਕਮਾਈ ਕੀਤੀ ਹੁੰਦੀ ਪੇਪਰਾਂ 'ਚ ਲਿਖ ਦਿੰਦੇ ਨੇ। ਉਹ ਪੇਪਰ ਫੜੇ ਜਾਂਦੇ ਆ, ਟਾਈਮ ਹੁੰਦਾ। ਇਵੇਂ ਆਪਣਾ ਇਹ ਜੀਵਨ ਆ, ਜੇ ਮੌਕਾ ਮਿਲਿਆ ਆਪਾਂ ਸੰਭਾਲ ਲਿਆ ਠੀਕ ਆ, ਨਹੀਂ ਫਿਰ ਜਾਵਾਂਗੇ ਜੰਮਣ ਮਰਨ ਨੂੰ। ਸਿਆਣਪ ਆਪਣੀ ਇੱਕ ਨਹੀਂ ਚੱਲਣੀ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਨਾਲ ਸੰਸਾਰ ਤੁਹਾਨੂੰ ਪਿਆ ਮੰਨੀ ਜਾਵੇ, ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਣੀ ਹੈਗੀ। ਕਰ ਪ੍ਰਸਾਦ ਇੱਕ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮ ਪਦ। ਇਹ ਗੁਰ ਕਿਰਪਾ ਲੈਣੀ ਆ ਭਾਈ ਆਪਾਂ, ਫਿਰ ਇਹ ਅਵਸਥਾ ਆਪਾਂ ਨੂੰ ਪ੍ਰਾਪਤ ਹੋਣੀ ਹੈ। ਗੁਰ ਕਿਰਪਾ ਤੋਂ ਭਾਵ ਗੁਰ ਸ਼ਬਦ ਦਾ ਗਿਆਨ, ਬਾਣੀ ਨੂੰ ਵਿਚਾਰਦੇ ਰਹਿਣਾ। ਗੁਰੂ ਘਰਾਂ ਜਾ ਕੇ ਵੀ ਜਿੱਥੇ ਗੁਰੂ ਕੇ ਪਿਆਰੇ ਬਾਣੀ ਦੀ ਵਿਚਾਰ ਕਰਦੇ ਆ, ਸਿਰਫ ਬਾਣੀ ਦੀ, ਤਾਂ ਇਹ ਪ੍ਰਾਪਤੀ ਹੋਣੀ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਨੀ ਕਾ। ਦੂਜੀ ਤਾਂ ਸੁਣਨੀ ਹੀ ਨਹੀਂ ਹੈਗੀ। ਇਹ ਆਪਾਂ ਪ੍ਰਾਪਤੀ ਕਰਨੀ ਹੈ, ਜੋ ਬਾਬਾ ਫਰੀਦ ਜੀ ਨੇ ਸਮਝਾਇਆ। ਫਰੀਦਾ ਸਾਹਿਬ ਦੀ ਕਰ ਚਾਕਰੀ ਕਰਦੇ ਰਹਾਂਗੇ, ਗੁਰਸ਼ਬਦ ਦੀ ਕਮਾਈ ਕਰਕੇ ਉਹਦਾ ਜਸ ਕਰਾਂਗੇ, ਫਿਰ ਸਾਡਾ ਭਰਮ ਚਲਿਆ ਜਾਂਦਾ ਵਾ। ਦਿਲ ਦੀ ਲਾਹੇ ਭਰਾਂਤ ਭਰਮ ਚਲੇ ਜਾਓ। ਦਰਵੇਸ਼ਾਂ ਨੂੰ ਲੋੜੀਏ, ਇਹ ਦਰਵੇਸ਼ਾਂ ਦਾ ਮਾਰਗ ਹੈ ਭਾਈ। ਉਹਨਾਂ ਦਾ ਸੁਭਾਅ ਕਿਹੋ ਜਿਹਾ? ਰੁੱਖਾਂ ਦੀ ਜਰਾ। ਆਪਾਂ ਰੁੱਖ ਬਾਰੇ ਵਿਚਾਰਿਆ, ਰੁੱਖ ਦਾ ਸੁਭਾਅ ਆ, ਉਹੋ ਜਿਹਾ ਆਪਾਂ ਸੁਭਾਅ ਬਣਾਉਣਾ ਹੈ। ਇਹ ਅਵਸਥਾ ਪ੍ਰਾਪਤ ਕਰਨੀ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਨਾ ਮਨ ਹੰਡਾਏ। ਸੰਸਾਰ ਪਿਆ ਬੁਰਾ ਭਲਾ ਕਹੀ ਜਾ, ਆਪਾਂ ਆਪਦੀ ਇਹ ਡਿਊਟੀ ਪਗਾਉਣੀ। ਆਓ ਸਾਰੇ ਮਿਲ ਕੇ ਪ੍ਰਾਪਤੀ ਕਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।